बिस्मिल्लाहिर्रहमानिर्रहीम। मैं जी मोहम्मद सरफराज एक बार फिर हाज़र। मेरे नाल ने जनाब डॉक्टर बाबर साहब वैटनरी डॉक्टर ने, नाल मलिक यकूब वसीर साहब, ये भी महकमा दे लाइव स्टाक दे मुलाजम है जी। ये जी डॉक्टर साहबान तशरीफ लियाए सी ते मैं इन्हां दी मेहरबानी नाल टाइम दिता। ਅਸੀਂ ਅੱਜ ਗੱਲ ਕਰਾਂਗੇ ਜਿਹੜੀਆਂ ਦੇਸੀ ਮੁਰਗੀਆਂ ਜਾਂ ਪਿੰਡਾਂ ਦੇ ਵਿੱਚ ਦੇਹੀ ਮੁਰਗਬਾਨੀ ਦੇ ਉੱਤੇ। ਬਾਬਰ ਸਾਹਿਬ ਸਲਾਮ ਅਲੈਕਮ। ज़रा जनाब उच्ची बोलना पएगा। मैं कैमरा होर लागे कर देना तुहाडे। अच्छा डॉक्टर साहब तुहाडी बड़ी मेहरबानी, तुसीं टाइम दिता, तुहाडे तो चंद मिनट लवांगे। पहलां तो मैनूं ये दसो, ये जिहड़ी देही मुर्गबानी है की है? वालेकुम सलाम चौधरी साहब, पहले तो बड़ी मेहरबानी जिहड़ा तुसीं सानूं मौका दिता अपने इत्थे सद के तुसीं अपने चैनल ते साडा इंटरव्यू करन दा। उस तो बाद ये जिहड़ा देही मुर्गबानी है, ये पिंडां दे विच जिहड़े लोग ने साडे गरीब लोग या इन्ना कमर्शियल लेवल ते जिहड़ा पोल्ट्री फार्मिंग नहीं अफोर्ड कर सकदे, ये उन्हां वास्ते देसी मुर्गियां पालना जिहड़ा है ना, उहनूं असीं देही मुर्गबानी दा नाम दिंदे हां। इहदे बहुत ज़्यादा फायदे ने। ਇਹਦੇ ਵਿੱਚ ਤੇ ਇੱਕ ਆਮ ਬੰਦਾ ਜਿਹੜਾ ਗਰੀਬ ਬੰਦਾ ਉਹ ਵੀ 2-4 ਮੁਰਗੀਆਂ ਜਿਹੜੀਆਂ ਘਰ ਦੇ ਵਿੱਚ ਪਾਲ ਸਕਦਾ। ਉਹਦੇ ਨਾਲ ਘਰ ਦਾ ਨਿਜ਼ਾਮ ਵੀ ਚੱਲ ਸਕਦਾ ਹੈ। ਅੰਡੇ ਗੋਸ਼ਤ ਇਹਨਾਂ ਦੀ ਜਿਹੜੀ ਜ਼ਰੂਰਤ ਹੈ ਉਹ ਘਰ ਦੇ ਵਿੱਚ ਪੂਰੀ ਹੋ ਸਕਦੀ ਹੈ। ਇਸ ਚੀਜ਼ ਦਾ ਨਾਂ ਦੇਹੀ ਮੁਰਗਬਾਨੀ ਹੈ। ਇਹਨੂੰ ਅਸੀਂ ਰੂਰਲ ਪੋਲਟਰੀ ਵੀ ਆਖਦੇ ਹਾਂ। ਨਹੀਂ 2-4 ਮੁਰਗੀਆਂ ਦੇ ਨਾਲ ਘਰ ਕਿੱਦਾਂ ਚੱਲ ਜਾਂਦਾ? मतलब कि एक पोल्ट्री फार्मिंग जी कमर्शियल है, ਉਹਦੇ ਵਾਸਤੇ ਸਾਨੂੰ बहुत ज़्यादा मेहनत करनी ਪੈਂਦੀ है, ਉਹਦੇ ਵਾਸਤੇ बहुत ज़्यादा खर्चा करना ਪੈਂਦਾ है। ਜਿਹੜਾ ਦੇਹੀ ਮੁਰਗਬਾਨੀ ਅਸੀਂ ਦੇਸੀ ਮੁਰਗੀਆਂ ਪਾਲਨੇ ਆ, ਇਹਦੇ ਵਿੱਚ ਇੱਕ ਆਮ ਬੰਦਾ ਆਮ ਲੈਵਲ ਤੇ 2-4 ਚੂਜ਼ੇ ਲੈ ਕੇ ਉਹਨਾਂ ਨੂੰ ਪਾਲ ਲਵੇ, ਉਹਨਾਂ ਨਾਲ ਗੁਜ਼ਾਰਾ ਚੱਲ ਜਾਂਦਾ ਹੈ। ਉਹਦੇ ਵਾਸਤੇ ਇੰਨੀ ਮਿਹਨਤ ਦੀ ਵੀ ਜ਼ਰੂਰਤ ਨਹੀਂ ਹੈ ਜੀ। ਠੀਕ। ਅੱਛਾ, ਇਹ ਤੁਸੀਂ ਮੈਨੂੰ ਦੱਸੋ, ਇਹ ਜਿਹੜੀ ਹੈਗੀ ਆ ਦੇਹੀ ਮੁਰਗਬਾਨੀ, ਆਂਡੇ ਗੋਸ਼ਤ, ਇਹਨਾਂ ਦਾ ਕੋਈ ਕਿੰਨੇ ਫੀਸਦ ਕੌਮੀ ਜ਼ਰੂਰਤ ਪੂਰੀ ਕਰ ਰਹੀ? ਕੋਈ ਹਿੱਸਾ ਹੈ ਕੌਮੀ ਜ਼ਰੂਰਤ ਦੇ ਜਿਹੜੀ ਡਿਮਾਂਡ ਹੈ ਉਹਦੇ ਵਿੱਚ? ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਵੇ ਕਿ ਜਿਹੜਾ ਕਮਰਸ਼ੀਅਲ ਫਾਰਮਿੰਗ ਹਰ ਬੰਦਾ ਅਫੋਰਡ ਨਹੀਂ ਕਰ ਸਕਦਾ। ਮਤਲਬ ਕਿ ਪੋਲਟਰੀ ਫਾਰਮਿੰਗ ਜਿਹੜਾ ਉਹਦੇ ਉੱਤੇ ਖਰਚਾ ਵੀ ਬਹੁਤ ਜ਼ਿਆਦਾ ਆਉਂਦਾ ਹੈ। ਉਹ ਮੁਲਕ ਦੀ ਜ਼ਰੂਰਤ ਦਾ ਇੱਕ ਅਲੱਗ ਹਿੱਸਾ ਜਿਹੜਾ ਹੈ ਉਹ ਕਮਰਸ਼ੀਅਲ ਫਾਰਮਿੰਗ ਪੂਰੀ ਕਰ ਰਹੀ ਹੈ। ਜਿਹੜਾ ਦੇਹੀ ਮੁਰਗਬਾਨੀ ਹੈ ਉਹਦਾ ਜਿਹੜਾ 32% ਦੇ ਅੰਡਿਆਂ ਦਾ ਜਿਹੜਾ ਆਮ ਲੈਵਲ ਤੇ ਅਸੀਂ ਮੁਰਗੀਆਂ ਪਾਲਨੇ ਆ, ਦੇਹੀ ਮੁਰਗਬਾਨੀ 32% ਉਹਦਾ ਗੋਸ਼ਤ ਦੀ ਜ਼ਰੂਰਤ ਪੂਰੀ ਕਰ ਰਿਹਾ ਹੈ ਤੇ 12% ਜਿਹੜਾ ਹੈ ਉਹ ਅੰਡੇ ਉਹਦੇ ਨਾਲ ਪੂਰੀ ਹੋ ਰਹੀ, ਗੋਸ਼ਤ ਦੀ ਜ਼ਰੂਰਤ ਤੇ ਅੰਡਿਆਂ ਦੀ ਜ਼ਰੂਰਤ। ਯਾਨੀ 12% ਦੇ ਦੇਸੀ ਮੁਰਗੀਆਂ ਦੇ ਅੰਡੇ ਆ, ਬਾਕੀ ਜਿਹੜਾ ਲੇਅਰ ਦੇ ਅੰਡੇ ਆ? ਨਹੀਂ, ਇਹ ਦੇਹੀ ਮੁਰਗਬਾਨੀ ਦਾ ਯਾਨੀ ਕਿ ਇੰਨੀ ਜ਼ਰੂਰਤ ਜਿਹੜੀ ਹੈ ਇਹ ਸਾਡਾ ਦੇਸੀ ਮੁਰਗੀਆਂ ਹੀ ਪੂਰੀ ਕਰ ਰਹੀਆਂ। 32% ਜਿਹੜਾ ਹੈ ਗੋਸ਼ਤ ਤੇ 12% ਅੰਡੇ ਜਿਹੜਾ ਨੇ ਇਹ ਸਾਡੇ ਦੇਸੀ ਮੁਰਗੀਆਂ ਪੂਰਾ ਕਰ ਰਹੀਆਂ। ਜਿਹੜਾ 32% ਤੁਸੀਂ ਗੋਸ਼ਤ ਦੱਸਿਆ, ਹਾਂਜੀ, ਇਹ ਮੁਕਾਬਲਾ ਤੁਸੀਂ ਬਰਾਇਲਰ ਨਾਲ ਕੀਤਾ ਜਾਂ ਵਿੱਚ ਹੀ ਕੱਟਾ ਬੱਚਾ ਪਾਇਆ ਆ? ਇਹ ਸਿਰਫ ਦੇਹੀ ਮੁਰਗਬਾਨੀ ਜਿਹੜਾ ਪੰਜਾਬ ਦੇ ਵਿੱਚ ਅਸੀਂ ਘਰਾਂ ਦੇ ਵਿੱਚ ਮੁਰਗੀਆਂ ਪਾਲਨੇ ਆ। ਅੱਛਾ ਅੱਛਾ। ਇਹਨਾਂ ਗੋਸ਼ਤ ਦੀ ਜ਼ਰੂਰਤ ਇਹ ਮੁਰਗੀਆਂ ਪੂਰਾ ਕਰ ਰਹੀਆਂ ਨੇ। ਇਹਦਾ ਬਰਾਇਲਰ ਨਾਲ ਕੰਪੇਅਰ ਨਹੀਂ ਹੈ। ਬਰਾਇਲਰ ਇੱਕ ਅਲੱਗ ਚੀਜ਼ ਹੈ, ਉਹ ਵੱਖਰੀ ਚੀਜ਼ ਹੈ ਜਿਹੜਾ ਜ਼ਰੂਰਤ ਦਾ ਹਿੱਸਾ ਪੂਰਾ ਕਰ ਰਹੀ ਕੌਮੀ ਸਤ੍ਹਾ ਤੇ, ਉਹਦਾ ਤਨਾਸਬ ਵੱਖਰਾ ਹੈ। ਅੱਛਾ, ਬਰਾਇਲਰ ਤੇ ਇਹਦੇ ਵਿੱਚ ਜਿਹੜੀਆਂ ਦੇਸੀ ਮੁਰਗੀਆਂ ਆ ਇਹਨਾਂ ਦੇ ਵਿੱਚ ਫ਼ਰਕ ਕੀ ਹੈ? ਬਰਾਇਲਰ ਇੱਕ ਜਿਹੜਾ ਅਸੀਂ ਆਮ ਲੈਵਲ ਤੇ ਮਤਲਬ ਮੁਰਗੀਆਂ ਪਾਲਨੇ ਆ, ਉਹ ਸਾਡੀਆਂ ਦੇਸੀ ਮੁਰਗੀਆਂ ਘਰਾਂ ਦੇ ਵਿੱਚ ਅਸੀਂ ਜਿਹੜਾ ਮੁਰਗੀਆਂ ਪਾਲ ਲੈਂਦੇ ਆ, ਦੇਸੀ ਨਸਲਾਂ ਜਿਹੜੀਆਂ ਨੇ ਉਹ ਸਾਡੀਆਂ ਦੇਸੀ ਮੁਰਗੀਆਂ ਗਿਣੀਆਂ ਜਾਂਦੀਆਂ। ਦੇਹੀ ਮੁਰਗਬਾਨੀ ਜਿਹੜਾ ਇੱਕ ਪੂਰੇ ਮੁਲਕ ਦੀ ਜ਼ਰੂਰਤ ਨੂੰ ਬਹੁਤ ਜ਼ਿਆਦਾ ਜ਼ਰੂਰਤ ਪੂਰੀ ਕਰਨ ਵਾਸਤੇ ਜਿਹੜਾ ਅਸੀਂ ਕਮਰਸ਼ੀਅਲ ਲੈਵਲ ਤੇ ਫਾਰਮਿੰਗ ਕਰਨੇ ਆ, ਉਸ ਚੀਜ਼ ਨੂੰ ਅਸੀਂ ਪੋਲਟਰੀ ਫਾਰਮਿੰਗ ਦਾ ਨਾਂ ਦਿੰਦੇ ਆ। ਉਹਦੇ ਵਿੱਚ ਬਰਾਇਲਰ, ਲੇਅਰ ਇਹ ਚੀਜ਼ਾਂ ਆ ਜਾਂਦੀਆਂ ਨੇ। ਉਹਦੇ ਵਾਸਤੇ ਫਿਰ ਖਰਚਾ ਵੀ ਜ਼ਿਆਦਾ ਚਾਹੀਦਾ ਹੈ, ਜਗ੍ਹਾ ਵੀ, ਟਾਈਮ ਵੀ, ਮਜ਼ਦੂਰ ਵੀ। ਉਹਦੇ ਵਾਸਤੇ ਇੱਕ ਅਲੱਗ ਇੰਡਸਟਰੀ ਦਾ ਜਿਹੜਾ ਹੈ ਨਾ ਉਹ ਸਿਲਸਿਲਾ ਚੱਲ ਜਾਂਦਾ ਹੈ।
ਲੇਕਿਨ ਜਿਹੜਾ ਦੇਹੀ ਮੁਰਗਬਾਨੀ ਹੈ, ਦੇਸੀ ਮੁਰਗੀਆਂ ਅਸੀਂ ਪਾਲਨੇ ਆ, ਉਹਦੇ ਵਿੱਚ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਆਉਂਦੀ। ਉਹ ਅਸੀਂ ਇੱਕ ਆਮ ਸਤ੍ਹਾ ਦੇ ਵਿੱਚ, ਸਾਡੇ ਹੁਣ ਪਿੰਡਾਂ ਦੇ ਵਿੱਚ ਆਮ ਲੈਵਲ ਤੇ ਮਤਲਬ ਕਿ ਵਾੜੇ ਹੁੰਦੇ ਨੇ, ਹਵੇਲੀਆਂ ਹੁੰਦੀਆਂ ਨੇ ਜਾਨਵਰਾਂ ਵਾਸਤੇ। ਅਸੀਂ ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਇੱਕ ਮਰਲੇ ਦੇ ਜਾਂ ਅੱਧੇ ਮਰਲੇ ਦੀ ਜਗ੍ਹਾ ਤੇ ਇੱਕ ਖੁੱਡਾ ਬਣਾ ਕੇ ਜਾਂ ਪਿੰਜਰਾ ਬਣਾ ਕੇ ਉਹ ਮੌਲ ਅਸੀਂ ਦੇਸੀ ਮੁਰਗੀਆਂ ਨੂੰ ਦੇ ਸਕਦੇ ਹਾਂ। ਉਹਦੇ ਤੇ ਇੰਨਾ ਖਰਚਾ ਵੀ ਨਹੀਂ ਆਉਂਦਾ ਹੈ। ਇਹ ਬ੍ਰਾਇਲਰ ਤੇ ਦੇਸੀ ਮੁਰਗੀਆਂ 'ਚ ਇਹ ਫਰਕ ਹੈ। ਇਹਨਾਂ ਦੀ ਕੋਈ ਗਜ਼ਾਈਅਤ ਦੇ ਵਿੱਚ ਵੀ ਫਰਕ ਹੁੰਦਾ ਹੈ? ਗਜ਼ਾਈਅਤ ਦੇ ਵਿੱਚ ਕਾਫੀ ਜ਼ਿਆਦਾ ਫਰਕ ਹੈ। ਜਿਹੜੀਆਂ ਅਸੀਂ ਪਿੰਡਾਂ ਦੇ ਵਿੱਚ ਮੁਰਗੀਆਂ ਪਾਲਨੇ ਆ, ਉਹਨਾਂ ਦੀ ਗਜ਼ਾਈ ਅਹਿਮੀਅਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ। ਉਹਨਾਂ ਦੇ ਵਿੱਚ ਕਿਉਂਕਿ ਉਹ 3-4 ਮਹੀਨੇ ਜਾਂ ਉਹਨਾਂ 'ਤੇ ਇੱਕ ਅਰਸਾ ਲੱਗਦਾ ਹੈ ਉਹਨਾਂ ਨੂੰ ਪਾਲਣ ਵਾਸਤੇ, ਫਿਰ ਉਹ ਦੇਸੀ ਚੀਜ਼ਾਂ ਖਾ ਕੇ ਇੱਕ ਆਮ ਮਾਹੌਲ ਉਹਨਾਂ ਨੂੰ ਮਿਲਦਾ ਹੈ। ਉਹਦੀ ਨਿਸਬਤ ਨਾਲ ਉਹਨਾਂ ਦੀ ਗਜ਼ਾਈ ਅਹਿਮੀਅਤ ਜ਼ਿਆਦਾ ਹੈ। ਬਾਕੀ ਜਿਹੜਾ ਬ੍ਰਾਇਲਰ ਹੈ ਉਹ ਇੱਕ ਫੀਡ ਉਹਨੂੰ ਦਿੱਤੀ ਜਾਂਦੀ ਹੈ, ਖ਼ਾਸ ਤੌਰ 'ਤੇ ਉਹਦੇ ਖੁਰਾਕ ਉਹਨੂੰ ਡੇਲੀ ਬੇਸਿਸ 'ਤੇ ਦਿੱਤੀ ਜਾਂਦੀ ਹੈ। ਫਿਰ ਉਸ ਹਿਸਾਬ ਨਾਲ ਜਿਹੜੀ ਅਸੀਂ ਖੁਰਾਕ ਦਿੰਦੇ ਆ ਉਹਦੇ ਵਿੱਚ ਪ੍ਰੋਟੀਨ ਲੈਵਲ, ਐਨਰਜੀ ਲੈਵਲ, ਉਹ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ। ਇਸ ਵਾਸਤੇ ਜਿਹੜਾ ਦੇਸੀ ਮੁਰਗੀ ਦੀ ਗਜ਼ਾਈ ਅਹਿਮੀਅਤ ਹੈ ਉਹ ਹੋਰ ਹੈ, ਜਿਹੜੀ ਬ੍ਰਾਇਲਰ ਦੀ ਹੈ ਉਹ ਹੋਰ ਹੈ। ਇਹਨਾਂ ਕਾਫੀ ਇਹਦੇ 'ਚ ਫਰਕ ਆ ਜਾਂਦਾ। ਅੱਛਾ, ਇਹ ਜਿਹੜਾ ਹੈਗੀ ਆ ਦੇਸੀ ਜਾਂ ਦੇਹੀ ਮੁਰਗਬਾਨੀ ਜਿਹਨੂੰ ਤੁਸੀਂ ਕਹਿੰਦੇ ਆ, ਤੇ ਬਰਾਇਲਰ ਫਾਰਮਿੰਗ, ਇਹਦੇ 'ਚ ਕਿੰਨਾ ਖਰਚਾ ਆਉਂਦਾ ਦੇਹੀ ਮੁਰਗਬਾਨੀ ਤੇ, ਔਰ ਇਹ ਹਰ ਬੰਦਾ ਅਫੋਰਡ ਕਰ ਸਕਦਾ? ਬਰਾਇਲਰ ਵੀ ਕਰ ਸਕਦਾ ਜਾਂ ਨਹੀਂ ਕਰ ਸਕਦਾ? ਕੋਈ ਇਸ ਤਰ੍ਹਾਂ ਦੱਸੋ। ਜਿਹੜਾ ਦੇਹੀ ਮੁਰਗਬਾਨੀ ਹੈ, ਮੈਂ ਪਹਿਲੇ ਵੀ ਇਹ ਜ਼ਿਕਰ ਕਰ ਦਿੱਤਾ ਹੈ ਕਿ ਜਿਹੜੀ ਦੇਹੀ ਮੁਰਗਬਾਨੀ ਹੈ ਇਹਦੇ ਵਿੱਚ ਅਸੀਂ ਮੁਰਗੀਆਂ ਪਾਲਨੇ ਆ ਘਰਾਂ ਦੇ ਵਿੱਚ। ਇਹਦੇ ਵਿੱਚ ਖਰਚੇ ਦੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ। ਤੁਹਾਨੂੰ ਕੁਛ ਚੰਦ ਜਾਨਵਰ ਲੈਣੇ ਪੈਣਗੇ, ਮਤਲਬ ਕਿ 4-5 ਮੁਰਗੀਆਂ, 10 ਮੁਰਗੀਆਂ, ਜਿੰਨੀਆਂ ਤੁਸੀਂ ਅਫੋਰਡ ਕਰ ਸਕਦੇ ਜੇ ਆਪਣੇ ਖਰਚੇ ਦੇ ਹਿਸਾਬ ਨਾਲ। ਉਹ ਜਦੋਂ ਤੁਸੀਂ ਲੈ ਲਓਗੇ ਫਿਰ ਉਹਨਾਂ ਤੋਂ ਤੁਸੀਂ ਅੱਗੇ ਬੱਚੇ ਵੀ ਨਿਕਲਵਾ ਸਕਦੇ ਜੇ, ਸਾਰਾ ਜੋ ਵੀ ਹੈ। ਲੇਕਿਨ ਜਿਹੜਾ ਬ੍ਰਾਇਲਰ ਫਾਰਮਿੰਗ ਹੈ ਉਹਦੇ ਵਾਸਤੇ ਤੁਹਾਨੂੰ ਬਕਾਇਦਾ ਤੌਰ 'ਤੇ ਖਰਚਾ ਕਰਨਾ ਪੈਂਦਾ ਹੈ, ਅਤੇ ਕਮ ਅਜ਼ ਕਮ ਉਹਦੇ 'ਤੇ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ, ਅਤੇ ਉਹ ਆਮ ਬੰਦਾ ਅਫੋਰਡ ਨਹੀਂ ਕਰ ਸਕਦਾ। ਅਤੇ ਜਿਹੜਾ ਦੇਹੀ ਮੁਰਗਬਾਨੀ ਹੈ ਉਹ ਹਰ ਗਰੀਬ ਬੰਦਾ ਜਿਹੜਾ ਉਹ ਅਫੋਰਡ ਕਰ ਸਕਦਾ ਹੈ ਆਸਾਨੀ ਨਾਲ। ਉਹ ਥੋੜ੍ਹੇ ਬਹੁਤ ਪੈਸੇ ਲਾ ਕੇ ਉਹ ਮੁਰਗੀਆਂ ਰੱਖ ਸਕਦਾ ਹੈ, ਫਿਰ ਉਹਨਾਂ ਦੀ ਖੁਰਾਕ ਦਾ ਬੰਦੋਬਸਤ ਵੀ ਕਰ ਸਕਦਾ ਹੈ। ਉਹਦੇ ਵਿੱਚ ਇਹ ਚੀਜ਼ ਆ ਜਾਂਦੀ ਹੈ, ਇਹਨਾਂ ਦੇ ਵਿੱਚ ਇਹ ਸਲਾਹੀਅਤ ਹੈ ਦੇਸੀ ਮੁਰਗੀਆਂ ਦੇ ਵਿੱਚ, ਇਹ ਬਾਹਰੋਂ ਚੁੱਕ ਕੇ ਆਪਣਾ ਖੇਤਾਂ 'ਚੋਂ ਦਾਣਾ ਦੁਨਕਾ ਖੁਰਾਕ ਲੈ ਕੇ ਆਪਣੀ ਇਹ ਜ਼ਰੂਰੀਅਤ ਪੂਰੀ ਕਰ ਲੈਂਦੀਆਂ ਨੇ। ਜਿਹੜਾ ਬ੍ਰਾਇਲਰ ਹੈ ਉਹਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਇਹ ਉਹ ਤੁਹਾਨੂੰ ਬਕਾਇਦਾ ਖੁਰਾਕ ਦੇ ਤੌਰ 'ਤੇ ਉਹਨੂੰ ਦੇਣੀਆਂ ਪੈਣਗੀਆਂ। ਮਤਲਬ ਕਿ ਜੇ ਫੀਡ ਪਾਓਗੇ ਉਹਦੀ ਟਾਈਮਿੰਗ ਹੋਏਗੀ, ਉਹ ਫੀਡ ਉਹਨੂੰ ਉਸ ਟਾਈਮ 'ਤੇ ਦੇਣੀ ਪੈਗੀ। ਲੇਕਿਨ ਇਹਨਾਂ ਮੁਰਗੀਆਂ 'ਤੇ ਤੁਹਾਨੂੰ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ। ਇਹ ਸ਼ਾਮ ਨੂੰ ਆਪੇ ਖਾ ਕੇ ਆਪਣਾ ਜਿਸਮਾਨੀ ਜ਼ਰੂਰੀਅਤ ਪੂਰੀ ਕਰਕੇ ਸ਼ਾਮ ਨੂੰ ਇਹ ਵਾਪਸ ਆ ਜਾਣਗੇ। ਇਹ ਜਿਹੜੀਆਂ ਆ ਥੋੜ੍ਹੇ ਯੂਨਿਟ ਤੋਂ ਸ਼ੁਰੂ ਕਰਕੇ ਇਹਨੂੰ ਕਮਰਸ਼ੀਅਲ ਬੁਨਿਆਦਾਂ 'ਤੇ ਸੈਂਕੜਿਆਂ ਹਜ਼ਾਰਾਂ 'ਤੇ ਵੀ ਬੰਦਾ ਲਿਜਾ ਸਕਦਾ? ਇਹ ਬੰਦੇ 'ਤੇ ਡਿਪੈਂਡ ਕਰਦਾ ਜੀ। ਇੱਕ ਅਸੀਂ ਅੱਗੇ ਵੀ ਗੱਲ ਕੀਤੀ ਹੈ, ਗਰੀਬ ਬੰਦਾ ਜਿਹੜਾ ਉਹ ਅਗਰ 10-12 ਮੁਰਗੀਆਂ ਤੋਂ ਕੰਮ ਚਾਲੂ ਕਰਕੇ, ਇਹ ਉਹਦੀ ਮਿਹਨਤ 'ਤੇ ਡਿਪੈਂਡ ਕਰਦਾ ਹੈ ਵੀ ਉਹ ਕਿੰਨੀ ਮਿਹਨਤ ਕਰ ਰਿਹਾ ਹੈ, ਉਹਦੇ ਕੋਲ ਕਿੰਨੀ ਜਗ੍ਹਾ ਹੈ, ਉਹ ਕਿੰਨਾ ਕੁ ਇਹਨਾਂ 'ਤੇ ਮਤਲਬ ਕਿ ਆਪਣਾ ਸਿਸਟਮ ਚਲਾ ਸਕਦਾ ਹੈ। ਉਹਦੇ ਕੋਲ ਅਗਰ ਤੇ ਜਗ੍ਹਾ ਕਾਫੀ ਮਿਕਦਾਰ 'ਚ, ਉਹ ਇਹਨੂੰ ਕਮਰਸ਼ੀਅਲ ਲੈਵਲ 'ਤੇ ਵੀ ਲਿਜਾ ਸਕਦਾ ਹੈ। ਇਹਦੇ 'ਚ ਉਹਨੂੰ ਮਿਹਨਤ ਕਰਨੀ ਪੈਗੀ, ਕੋਈ ਪੈਸਾ ਖਰਚਣਾ ਪਏਗਾ ਇਸ ਲਈ। ਲੇਕਿਨ ਫਿਰ ਵੀ ਬ੍ਰਾਇਲਰ ਨਾਲੋਂ ਇਹਦੇ 'ਚ ਫੀਡ ਦੀ ਬਚਤ ਆ ਜਾਏਗੀ, ਫੀਡ ਉਹਨੂੰ ਜ਼ਿਆਦਾ ਨਹੀਂ ਪਾਉਣੀ ਪੈਗੀ। ਇਹ ਕੰਮ ਜਿਹੜਾ ਹੈ ਮਤਲਬ ਕਿ ਮੁਰਗੀਆਂ ਆਪਣੀ ਜਿਸਮਾਨੀ ਜ਼ਰੂਰੀਅਤ, ਖੁਰਾਕ ਆਪਣੀ ਇਹ ਫਿਰ ਵੀ ਖੁਦ ਪੂਰੀਆਂ ਕਰ ਲੈਣਗੀਆਂ। ਕਮਰਸ਼ੀਅਲ ਲੈਵਲ 'ਤੇ ਅਗਰ ਇਹ 1000, 1200, 1400 ਜਿੰਨੀ ਵੀ ਮੁਰਗੀ ਹੈ ਅਗਰ ਬੰਦਾ ਰੱਖ ਸਕਦਾ ਹੈ, ਉਹਦੇ ਕੋਲ ਜਗ੍ਹਾ ਹੈ ਵੇ, ਤੇ ਫਿਰ ਵੀ ਇਹਦੀ ਜਿਹੜੀ ਜਿਸਮਾਨੀ ਜ਼ਰੂਰੀਅਤ ਜਾਂ ਖੁਰਾਕ ਜਾਂ ਮਾਹੌਲ ਹੈ ਬ੍ਰਾਇਲਰ ਨਾਲੋਂ ਫਿਰ ਵੀ ਕਾਫੀ ਫਰਕ ਹੈ। ਅੱਛਾ, ਇਹ ਮੁਰਗੀ ਜਿਹੜੀ ਦੇਸੀ ਹੈ ਇਹ ਸਾਲ 'ਚ ਕਿੰਨੇ ਕੁ ਅੰਡੇ ਦੇਂਦੀ ਹੈ? ਇਹ ਦੇਸੀ ਮੁਰਗੀਆਂ ਦੀਆਂ ਜਿਹੜੀਆਂ ਨਸਲਾਂ ਨਾ, ਇਹ ਸਾਲਾਨਾ ਜਿਹੜੇ ਅੰਡੇ ਨੇ 80 ਤੋਂ 120 ਅੰਡੇ ਜਿਹੜੇ ਸਾਲਾਨਾ ਜਿਹੜੇ ਨਾ ਦੇ ਦਿੰਦੀਆਂ ਨੇ, 130 ਤੱਕ ਵੀ ਦੇ ਦਿੰਦੀਆਂ ਨੇ। 80 ਤੋਂ 130 ਤੱਕ ਅੰਡੇ ਦਿੰਦੀਆਂ 365 ਦਿਨਾਂ ਦੇ ਵਿੱਚ? ਹਾਂਜੀ। ਤੇ ਇਹ ਕਿੰਨੇ ਸਾਲ ਅੰਡੇ ਦਿੰਦੀਆਂ? ਇਹ ਸਾਲ 3 ਸਾਲ ਤੱਕ, 2 ਸਾਲ ਤੱਕ। ਇਹ ਮੁਖਤਲਿਫ ਨਸਲਾਂ ਜਿਹੜੀਆਂ ਦੇਸੀ ਮੁਰਗੀਆਂ ਦੀਆਂ ਵੀ ਅੱਗੋਂ ਨਸਲਾਂ ਨੇ, ਮਤਲਬ ਕਿ ਮਿਸਰੀ, ਗੋਲਡਨ, ਮੁਖਤਲਿਫ ਨਸਲਾਂ ਇਹਨਾਂ ਦੀਆਂ। ਉਹਨਾਂ ਦੇ ਵਿੱਚ ਇਹ ਫਰਕ ਪਾਇਆ ਜਾਂਦਾ ਹੈ, ਕੋਈ 2 ਸਾਲ ਤੱਕ, ਕੋਈ 3 ਸਾਲ ਤੱਕ।
ਤੇ ਬਰਾਇਲਰ ਦਾ ਆਂਡਾ ਜ਼ਿਆਦਾ ਹੁੰਦੇ ਆ ਇਹਦੀ ਨਿਸਬਤ? ਇਹਦੀ ਨਿਸਬਤ ਬ੍ਰਾਇਲਰ ਜਿਹੜੀ ਇੱਕ ਚੀਜ਼ ਹੈ ਉਹ ਬਣਾਈ ਇਸੇ ਲਈ ਗਈ ਹੈ। ਉਹ ਆਂਡੇ ਵੀ ਜ਼ਿਆਦਾ ਦਿੰਦੀ, ਉਹਦਾ ਖਰਚਾ ਵੀ ਜ਼ਿਆਦਾ ਹੈ, ਖਰਚਾ ਆਂਡੇ ਵੀ ਵੀ ਘੱਟ ਦਿੰਦੀ ਆ, ਇਹਦਾ ਖਰਚਾ ਵੀ ਘੱਟ ਆ ਔਰ ਇਹਦੀ ਗਜ਼ਾਈਅਤ ਵੀ ਅੱਛੀ ਆ। ਬਿਲਕੁਲ। ਦੂਸਰਾ ਮੈਂ ਜ਼ਾਤੀ ਤਜਰਬਾ ਇੱਕ ਦੱਸਦਾ ਕਿ ਜਿਹੜੇ ਦੇਸੀ ਮੁਰਗੀਆਂ ਜਾਂ ਪਰਿੰਦੇ ਆ ਨਾ, ਅਗਰ ਬਾੜਿਆਂ 'ਚ ਰੱਖੇ ਜਾਣ ਤੇ ਇਹ ਉਹ ਜਿਹੜੇ ਗੋਬਰ ਦੇ ਵਿੱਚ ਕੀੜੇ ਮਕੌੜੇ ਆ ਉਹ ਵੀ ਚੁਗ ਲੈਂਦੇ ਆ। ਬਿਲਕੁਲ ਇਹਨਾਂ ਚਿੱਚੜ ਜਿਹੜੇ ਆ ਇਹ ਵੀ ਜਾਨਵਰਾਂ ਨਾਲੋਂ ਲਾ ਲੈਂਦੇ ਆ। ਬਿਲਕੁਲ ਇਹਨਾਂ ਦੀ ਇਹ ਵੀ ਖਾਸੀਅਤ ਹੈ, ਇਹਨਾਂ ਦੇਸੀ ਮੁਰਗੀਆਂ ਦੀ ਇਹ ਬਹੁਤ ਵੱਡੀ ਖਾਸੀਅਤ ਹੈ। ਕੂੜਾ ਕਿਰਕਟ ਹੈ, ਮਤਲਬ ਕਿ ਗੰਦਗੀ ਮੱਛਰ ਜਿਹੜਾ ਜੋੜਾਂ 'ਚ ਪੈਦਾ ਹੋ ਜਾਂਦਾ ਹੈ ਘਰਾਂ ਦੇ ਵਿੱਚ, ਕਾਕਰੋਚ ਵਗੈਰਾ, ਛੋਟੀ ਮੋਟੀਆਂ ਸੁੰਡੀਆਂ, ਇਹ ਜਿਹੜੀਆਂ ਚੀਜ਼ਾਂ ਨੇ ਇਹ ਚਿਣ ਲੈਂਦੀਆਂ ਨੇ ਬਿਲਕੁਲ। ਹਾਂਜੀ, ਮੱਛਰ ਦੇ ਤੇ ਜੀ ਬਤਖ ਬਹੁਤ ਦੁਸ਼ਮਣ ਹੈ। ਹਾਂਜੀ, ਉਹਦੇ ਅੰਡਾ ਲਾਰਵਾ ਜਿਹੜਾ ਖਾ ਜਾਂਦੀ ਹੈ। ਅੱਛਾ, ਕੂਬ ਤੇ ਮਦਾਫਤ ਅਗਰ ਅਸੀਂ ਦੇਖੀਏ ਇਹਦੇ 'ਚ ਜ਼ਿਆਦਾ ਹੈ ਜਾਂ ਬਰਾਇਲਰ 'ਚ ਜ਼ਿਆਦਾ ਹੈ? ਕੁਵਤ ਮਦਾਫਤ ਅਗਰ ਵੇਖੀ ਜਾਵੇ ਤੇ ਦੇਸੀ ਮੁਰਗੀਆਂ ਜਿਹੜੀਆਂ ਅਸੀਂ ਪਿੰਡਾਂ 'ਚ ਪਾਲਨੇ ਆ ਉਹਨਾਂ ਦੇ ਵਿੱਚ ਕੁਵਤ ਮਦਾਫਤ ਜ਼ਿਆਦਾ ਹੈ, ਕਿਉਂਕਿ ਬ੍ਰਾਇਲਰ ਨੂੰ ਅਸੀਂ ਫੀਡ ਦਿੰਨੇ ਆ, ਉਸ ਫੀਡ ਦੇ ਹਿਸਾਬ ਨਾਲ ਉਹਨੂੰ ਅਸੀਂ ਮੌਸਮੀ ਹਾਲਾਤ, ਟੈਂਪਰੇਚਰ, ਗਰਮੀ ਸਰਦੀ, ਉਹ ਚੀਜ਼ਾਂ ਸਾਨੂੰ ਖੁਦ ਉਹਨੂੰ ਦੇਣੀਆਂ ਪੈਂਦੀਆਂ ਨੇ। ਲੇਕਿਨ ਇਹ ਮੁਰਗੀ ਐਸਾ ਇੱਕ ਪਰਿੰਦਾ ਹੈ, ਇਹਨੂੰ ਕੁਦਰਤੀ ਤੌਰ ਤੇ ਇਹ ਸਲਾਹੀਅਤ ਮਿਲੀ ਹੈ ਕਿ ਇਹਦੇ ਜਿਸਮ ਦੇ ਵਿੱਚ ਇਹ ਚੀਜ਼ਾਂ ਬਰਦਾਸ਼ਤ ਕਰਨ ਦੀ ਸਲਾਹੀਅਤ ਅੱਲਾਹ ਵੱਲੋਂ ਹੀ ਮੌਜੂਦ ਹੈ। ਜੀ, ਠੀਕ ਹੋ ਗਿਆ। ਅੱਛਾ, ਇਹਨਾਂ 'ਚ ਬਿਮਾਰੀਆਂ ਅਮੂਮਨ ਕਿਹੜੀਆਂ ਹੁੰਦੀਆਂ ਔਰ ਉਹਨਾਂ ਤੋਂ ਕਿੱਦਾਂ ਬਚਿਆ ਜਾ ਸਕਦਾ? ਵੇਖੋ ਜੀ, ਬਿਮਾਰੀਆਂ ਤੇ ਦੇਸੀ ਮੁਰਗੀਆਂ ਜਿਹੜੀਆਂ ਉਹਨਾਂ ਦੇ ਵਿੱਚ ਘੱਟ ਹੀ ਹੁੰਦੀਆਂ ਨੇ, ਲੇਕਿਨ ਕਮਰਸ਼ੀਅਲ ਲੈਵਲ ਤੇ ਕੁਝ ਬਿਮਾਰੀਆਂ ਜਿਹੜੀਆਂ ਪਾਈਆਂ ਜਾਂਦੀਆਂ ਮੁਰਗੀਆਂ ਦੇ ਵਿੱਚ, ਬ੍ਰਾਇਲਰ ਦੇ ਵਿੱਚ, ਉਹ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦਾ ਜੀ। ਉਹਨਾਂ ਦੇ ਵਿੱਚ ਇੱਕ ਬਿਮਾਰੀ ਹੈ ਰਾਣੀ ਖੇਤ, ਬਹੁਤ ਮਸ਼ਹੂਰ ਹੈ। ਅੱਛਾ ਜੀ। ਉਹਨੂੰ ਅਸੀਂ ਐਨਡੀਵੀ ਕਹਿੰਦੇ ਹਾਂ, ਐਨਡੀਵੀ, ਅੱਛਾ ਜੀ। ਨਿਊਕੈਸਲ ਡਿਜ਼ੀਜ਼, ਮਤਲਬ ਕਿ ਉਹ ਬਿਮਾਰੀ ਜਿਹੜੀ ਹੈ ਬਹੁਤ ਜ਼ਿਆਦਾ ਹੈ। ਜੀ। ਉਹ ਦੇਸੀ ਮੁਰਗੀਆਂ 'ਚ ਵੀ ਆ ਜਾਂਦੀ ਹੈ, ਅੱਛਾ, ਲੇਕਿਨ ਬਹੁਤ ਕਮ ਸਤ੍ਹਾ ਤੇ। ਉਹ ਬਲੈਤੀ ਬਿਮਾਰੀ ਆ ਦੇਸੀ 'ਚ ਵੀ ਜਾਂਦੀ? ਦੇਸੀ 'ਚ ਵੀ ਜਾਂਦੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਮੁਰਗੀਆਂ 'ਚ ਇਹ ਕਿਹੜਾ ਲੰਡੇ ਦੇ ਕੱਪੜੇ ਪਾਉਂਦੀਆਂ ਵੀ ਇਹਨਾਂ 'ਚ ਬਲੈਤੀ ਬਿਮਾਰੀ ਆ ਜਾਂਦੀ ਹੈ? ਬਸ ਇਹ ਕੁਦਰਤੀ ਅਮਲ ਹੈ ਨਾ, ਕੁਝ ਮਾਹੌਲ ਦੀ ਵਜ੍ਹਾ ਤੋਂ ਕੁਝ ਪਰਿੰਦੇ ਐਸੇ ਹੁੰਦੇ ਨੇ ਜਿਹੜੇ ਬਿਮਾਰੀ ਲੈ ਕੇ ਉਹ ਵਾੜੇ 'ਚ ਜਾਂ ਉਸ ਪਿੰਜਰੇ 'ਚ ਜਾਂ ਉੱਥੋਂ ਬਾਹਰੋਂ ਕੋਈ ਆ ਕੇ ਪਰਿੰਦੇ ਜਰਾਸੀਮ ਲੈ ਕੇ ਉੱਥੇ ਪਹੁੰਚ ਜਾਂਦੇ ਨੇ। ਜੀ। ਇਸ ਵਜ੍ਹਾ ਤੋਂ ਫਿਰ ਉਹ ਬਿਮਾਰੀ ਇਹਨਾਂ 'ਚ ਵੀ ਡਿਵੈਲਪ ਹੋ ਜਾਂਦੀ ਹੈ। ਅਦਰਵਾਈਜ਼ ਕੁਦਰਤੀ ਤੌਰ ਤੇ ਇਹਨਾਂ ਦੀ ਕੁਵਤ ਮਦਾਫਤ ਜਿਹੜੀ ਉਹ ਜ਼ਿਆਦਾ ਹੁੰਦੀ ਹੈ, ਬਿਮਾਰੀ ਦੇ ਖਿਲਾਫ ਕਾਫੀ ਅਮਲ ਦਰਾਮਦ ਕਰਦੀਆਂ ਨੇ, ਲੇਕਿਨ ਫਿਰ ਵੀ ਹੋ ਸਕਦਾ ਹੈ ਬਾਈ ਚਾਂਸ ਆ ਜਾਂਦੀ ਹੈ ਬਿਮਾਰੀ। ਤੇ ਇਸ ਤੋਂ ਬਾਅਦ ਇੱਕ ਬਿਮਾਰੀ ਫਾਲ ਪੌਕਸ ਹੈ, ਉਹ ਵੀ ਅਕਸਰ ਜਿਹੜੀ ਇਹਨਾਂ ਪਰਿੰਦਿਆਂ ਦੇ ਵਿੱਚ ਆ ਜਾਂਦੀ ਹੈ। ਜੀ। ਲੇਕਿਨ ਇਹ ਬਿਮਾਰੀਆਂ ਆਉਂਦੀਆਂ ਦੂਸਰੇ ਪਰਿੰਦੇ, ਕਵੇ ਹੋ ਗਏ, ਚਿੜੀਆਂ ਵਗੈਰਾ, ਜਦੋਂ ਇਹ ਚੀਜ਼ਾਂ ਜਦੋਂ ਜਾਨਵਰ ਜਾਂ ਪਰਿੰਦੇ ਬਾਹਰੋਂ ਆ ਕੇ ਉਹ ਜਾਨਵਰਾਂ ਦੇ ਨਾਲ ਬੈਠਦੇ ਨੇ ਜਾਂ ਉੱਠਦੇ ਬੈਠਦੇ ਖਾਣ ਪੀਣ ਹੁੰਦਾ ਇਹਨਾਂ ਦਾ, ਫਿਰ ਇਹ ਬਿਮਾਰੀਆਂ ਉਹਨਾਂ ਦੇ ਜਿਸਮ 'ਚ ਡਿਵੈਲਪ ਹੁੰਦੀਆਂ ਨੇ। ਇਹਨਾਂ ਤੋਂ ਬਚਿਆ ਕਿੱਦਾਂ ਜਾ ਸਕਦਾ ਇਹਨਾਂ ਬਿਮਾਰੀਆਂ ਤੋਂ? ਇਹਨਾਂ ਤੋਂ ਬਚਿਆ ਇਸ ਤਰੀਕੇ ਨਾਲ ਜਾ ਸਕਦਾ ਹੈ ਕਿ ਇੱਕ ਤੇ ਇਹਨਾਂ ਦੇ ਜਿਹੜਾ ਖਾਣ ਪੀਣ ਦਾ ਮਤਲਬ ਪਿੰਜਰੇ ਜਿੱਥੇ ਅਸੀਂ ਇਹਨਾਂ ਨੂੰ ਰੱਖਿਆ ਹੁੰਦਾ ਹੈ, ਹਾਂਜੀ, ਉਹ ਟਿਕਾਣਾ ਜਿਹੜਾ ਉਹਨਾਂ ਨੂੰ ਸਾਫ਼ ਰੱਖਿਆ ਜਾਵੇ। ਜੀ। ਉੱਥੇ ਦੂਸਰੇ ਪਰਿੰਦਿਆਂ ਦਾ ਆਉਣ ਜਾਣ ਜਿਹੜਾ ਹੈ ਉਹ ਘੱਟ ਹੋਵੇ। ਅੱਛਾ ਜੀ। ਮਤਲਬ ਕਵੇ ਕਬੂਤਰ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਤੋਂ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ, ਉਹਨਾਂ ਤੋਂ ਇਹਨਾਂ ਨੂੰ ਅਵੋਇਡ ਕੀਤਾ ਜਾਵੇ, ਦੂਰ ਰੱਖਿਆ ਜਾਵੇ। ਇਹਨਾਂ ਦੇ ਰੱਖ ਰਖਾਓ ਦੇ ਵਿੱਚ ਥੋੜ੍ਹੀ ਜਿਹੀ ਮਿਹਨਤ ਕੀਤੀ ਜਾਵੇ ਤੇ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਠੀਕ ਹੈ। ਅੱਛਾ, ਹੁਣ ਆਖਰ ਦੇ ਉੱਤੇ ਤੁਸੀਂ ਚੂੰਕਿ ਮਹਿਕਮੇ ਦੇ ਮੁਲਾਜ਼ਮ ਆ, ਕੀ ਜਿਹੜਾ ਮਹਿਕਮਾ ਲਾਈਵ ਸਟਾਕ ਆ ਉਹ ਵੀ ਇਹਦੇ ਵਾਸਤੇ, ਇਹਨਾਂ ਦੀ ਪੈਦਾਵਾਰੀ ਸਲਾਹੀਅਤ ਵਾਸਤੇ ਜਾਂ ਜਿਹੜੇ ਰੱਖਣ ਫਾਰਮਰ ਉਹਨਾਂ ਦੀ ਕੋਈ ਇਮਦਾਦ ਕਰਦਾ? ਹਾਂਜੀ, ਸਾਡਾ ਮਹਿਕਮਾ ਕਾਫੀ ਜ਼ਿਆਦਾ ਹੁਣ ਤੇ ਅੱਗੇ ਵੱਧ ਗਿਆ ਹੈ ਪੋਲਟਰੀ ਫਾਰਮਿੰਗ ਦੇ ਲਿਹਾਜ਼ ਨਾਲ। ਕਮਰਸ਼ੀਅਲ ਲੈਵਲ ਤੇ ਡੇਅਰੀ ਫਾਰਮਿੰਗ, ਲਾਈਵ ਸਟਾਕ ਫਾਰਮਿੰਗ, ਇਹਨਾਂ ਚੀਜ਼ਾਂ ਤੇ ਕਾਫੀ ਜ਼ਿਆਦਾ ਤਵੱਜੋ ਦੇ ਰਿਹਾ ਹੁਣ ਸਾਡਾ ਮਹਿਕਮਾ। ਅੱਜ ਕੱਲ੍ਹ ਦੇ ਹਾਲਾਤ ਦੇ ਮੁਤਾਬਕ ਅਗਰ ਵੇਖਿਆ ਜਾਵੇ ਤਾਂ ਸਾਡੇ ਮਹਿਕਮੇ ਨੇ ਕਾਫੀ ਬਜਟ ਦਿੱਤਾ ਹੈ ਇਹਨਾਂ ਚੀਜ਼ਾਂ ਵਾਸਤੇ। ਦੇਹੀ ਮੁਰਗਬਾਨੀ ਵਾਸਤੇ ਤੇ ਬਕਾਇਦਾ ਜਿਹੜੇ ਨਾ ਬੇਵਾ ਔਰਤਾਂ ਨੂੰ, ਗਰੀਬ, ਯਤੀਮ, ਜਿਹੜੇ ਮਤਲਬ ਕਿ ਬਿਲਕੁਲ ਪਿੰਡਾਂ ਥਾਵਾਂ ਤੇ ਜਿਹੜੇ ਮਾੜੇ ਲੋਕ ਨੇ, ਉਹਨਾਂ ਨੂੰ ਸਾਡਾ ਮਹਿਕਮਾ ਜਿਹੜਾ ਹੈ ਇਹ ਪੋਲਟਰੀ ਯੂਨਿਟ ਤਕਸੀਮ ਕਰ ਰਿਹਾ ਹੈ ਸਾਲਾਨਾ ਬੇਸਿਸ ਤੇ, ਜਾਂ 6 ਮਹੀਨਿਆਂ ਬਾਅਦ ਜਾਂ 4 ਮਹੀਨੇ ਬਾਅਦ ਜਿਹੜਾ ਹੈ ਨਾ ਉਹ ਪੋਲਟਰੀ ਯੂਨਿਟ ਦੇ ਰਹੇ ਨੇ ਸਬਸਿਡੀ ਤੇ। ਮਤਲਬ ਕਿ 5 ਮੁਰਗੀਆਂ, 1 ਮੁਰਗਾ, ਇਹਨਾਂ ਦਾ ਇੱਕ ਯੂਨਿਟ ਗਿਣਿਆ ਜਾਂਦਾ ਹੈ ਜੀ। ਦੇਸੀ ਨੇ, ਅੱਛਾ। ਇਹਨਾਂ ਦੇ ਵਿੱਚ ਕੋਈ ਬ੍ਰਾਇਲਰ ਫਾਰਮਿੰਗ ਵਾਲਾ ਕੋਈ ਐਸਾ ਸਿਸਟਮ ਨਹੀਂ। ਅੱਛਾ ਜੀ। ਉਹ ਸਾਡਾ ਮਹਿਕਮਾ ਜਿਹੜਾ ਹੈ ਉਹ ਤੁਹਾਨੂੰ 1000 ਜਾਂ 1200 ਰੁਪਏ ਦੇ ਵਿੱਚ ਉਹ ਆਮ ਬੰਦੇ ਨੂੰ ਇਹ ਦੇ ਰਿਹਾ ਤਾਂ ਕਿ ਤੁਸੀਂ ਇਹਨੂੰ ਅੱਗੇ ਵਧਾ ਸਕੋ। ਜਾਂ ਆਮ ਲੈਵਲ ਤੇ ਤੁਸੀਂ ਸਮਝ ਲਓਗੇ, ਤੁਸੀਂ ਅਗਰ ਕਮਰਸ਼ੀਅਲ ਲੈਵਲ ਤੇ ਵੀ ਅਗਰ ਕੰਮ ਕਰਨਾ ਚਾਹੁੰਦੇ ਤੇ ਮਹਿਕਮਾ ਤੁਹਾਨੂੰ ਉਹਨੇ ਯੂਨਿਟ ਦੇ ਰਿਹਾ। ਇਹਦੇ ਵਿੱਚ ਕੋਈ ਐਸੀ ਬੰਦਿਸ਼ ਨਹੀਂ ਹੈ ਕਿ ਇੱਕ ਬੰਦੇ ਨੇ 1 ਯੂਨਿਟ ਹੀ ਲੈਣਾ ਹੈ। ਤੁਸੀਂ 10 ਯੂਨਿਟ ਵੀ ਲੈ ਸਕਦੇ, 20 ਯੂਨਿਟ ਵੀ ਲੈ ਸਕਦੇ। ਆਪਣਾ ਕੰਮ ਚਲਾਉਣ ਵਾਸਤੇ ਤੁਸੀਂ
ਜ਼ਿਆਦਾ ਵੀ ਲੈ ਸਕਦੇ ਜੇ। ਇਸ ਲਈ ਸਾਡਾ ਮਹਿਕਮਾ ਜਿਹੜਾ ਹੈ ਉਹ ਇੰਨੀ ਕੁ ਮਦਦ ਕਰ ਰਿਹਾ ਹੈ। ਉਸ ਤੋਂ ਬਾਅਦ ਇਹ ਤੁਹਾਨੂੰ ਆਮ ਲੈਵਲ ਤੇ ਵੀ ਅਗਰ ਤੁਸੀਂ ਇਹ ਮੁਰਗੀਆਂ ਲਵੋਗੇ ਆਮ ਹਾਲਾਤ 'ਚ ਵੀ, ਤੇ ਉਹ ਵੀ ਤੁਹਾਨੂੰ ਐਡੀਆਂ ਮਹਿੰਗੀਆਂ ਨਹੀਂ ਪੈ ਰਹੀਆਂ, ਪਰ ਫਿਰ ਵੀ ਸਾਡਾ ਮਹਿਕਮਾ ਜਿਹੜਾ ਹੈ ਉਹ ਸਪੋਰਟ ਕਰ ਰਿਹਾ। ਤੁਹਾਡਾ ਮਹਿਕਮਾ ਕਿਹੜੀ ਨਸਲ ਦੀਆਂ ਮੁਰਗੀਆਂ ਜ਼ਿਆਦਾ ਦੇ ਰਿਹਾ? ਸਾਡਾ ਮਹਿਕਮਾ ਮਿਕਸ ਹੀ ਨੇ, 골ਡਨ, ਮਿਸਰੀ ਜਿਹੜੀਆਂ ਨਾ, ਦੇਸੀ ਜਿਹੜੀਆਂ ਅੱਛੀ ਨਸਲ ਦੀ ਬਰੀਡ ਹੈ ਨਾ ਜਿਹੜੀ, ਹਾਂਜੀ। ਉਹ ਸਾਡਾ ਮਹਿਕਮਾ ਜਿਹੜਾ ਹੈ ਨਾ ਉਹ ਦੇ ਰਿਹਾ ਹੈ, ਤਾਂ ਕਿ ਤੁਸੀਂ ਅੱਗੋਂ ਨਸਲ ਵਧਾ ਸਕੋ, ਆਪਣੀ ਜ਼ਰੂਰੀਅਤ ਪੂਰੀ ਕਰ ਸਕੋ। ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ, ਤੁਸੀਂ ਲਿਆ ਕੇ ਉਸੇ ਟਾਈਮ ਹੀ ਹਲਾਲ ਕਰਕੇ ਖਾ ਸਕਦੇ ਜੇ। ਮਹਿਕਮਾ ਤੁਹਾਨੂੰ ਨਹੀਂ ਆ ਕੇ ਪੁੱਛਣ ਲੱਗਾ ਵੀ ਇਹ ਕੀ ਕੀਤਾ ਤੁਸੀਂ। ਲੇਕਿਨ ਅੱਛੀ ਗੱਲ ਇਹ ਆ ਕਿ ਇਹਨੂੰ ਵਧਾਇਆ ਜਾਵੇ ਕੰਮ ਨੂੰ। ਹਾਂਜੀ ਬਿਲਕੁਲ ਅੱਛੀ ਗੱਲ ਇਹ ਹੈ ਕਿ ਤੁਸੀਂ ਉਸ ਨਸਲ ਨੂੰ, ਉਸ ਬਰੀਡ ਨੂੰ ਅੱਗੇ ਵਧਾਓ, ਉਹਦੇ ਤੋਂ ਤੁਸੀਂ ਆਪਣੀ ਜ਼ਰੂਰੀਅਤ ਪੂਰੀ ਕਰੋ, ਅੰਡੇ, ਗੋਸ਼ਤ, ਮਤਲਬ ਇਸ ਕੰਮ ਨੂੰ ਤੁਸੀਂ ਵਧਾਓ ਅੱਗੇ, ਤਾਂ ਕਿ ਕੁਝ ਬਚਤ ਹੋ ਸਕੇ। ਕੋਈ ਮੁਲਕ ਦੇ ਹਾਲਾਤ ਵੀ ਐਸੇ ਚੱਲ ਰਹੇ ਨੇ, ਉਹਦੇ ਵਿੱਚ ਵੀ ਸਾਨੂੰ ਇਹ ਚੀਜ਼ਾਂ ਖੁਦ ਹੀ ਸੋਚਣੀਆਂ ਚਾਹੀਦੀਆਂ ਨੇ। ਅੱਛਾ, ਇਹਦੇ ਵਾਸਤੇ ਕਿਸ ਸਤ੍ਹਾ ਦੇ ਉੱਤੇ ਆਵਾਮ ਜਿਹੜਾ ਤੁਹਾਡੇ ਮਹਿਕਮਾ ਲਾਈਵ ਸਟਾਕ ਦੇ ਨਾਲ ਕਿਹਦੇ ਨਾਲ ਰਾਬਤਾ ਕਰੇ, ਔਰ ਕੀ ਤਰੀਕੇਕਾਰ ਹੋਏਗਾ ਉਹਦਾ? ਇਸ ਸਤ੍ਹਾ ਦੇ ਵਿੱਚ ਤਰੀਕਾਕਾਰ ਤੇ ਬਹੁਤ ਪੁਰਾਣਾ ਹੈ, 2-4 ਸਾਲ ਹੋ ਗਏ ਨੇ ਸਾਡਾ ਮਹਿਕਮਾ ਜਿਹੜਾ ਹੈ ਨਾ ਇਹ ਚੀਜ਼ਾਂ ਦੇ ਰਿਹਾ ਹੈ। ਹੁਣ ਤੇ ਆਮ ਲੈਵਲ ਤੇ ਵੀ ਬੰਦਿਆਂ ਨੂੰ ਪਤਾ ਹੈ, ਲੇਕਿਨ ਫਿਰ ਵੀ ਸਾਡਾ ਮਹਿਕਮਾ ਘਰ ਘਰ ਜਾ ਕੇ, ਪਿੰਡਾਂ ਦੇ ਜਾ ਕੇ, ਲੰਬਰਦਾਰਾਂ ਦੇ ਡੇਰੇ ਤੇ ਜਾਂ ਮਸਜਿਦ ਦੇ ਵਿੱਚ ਜਾ ਕੇ ਐਲਾਨ ਕਰਾਉਂਦਾ ਹੈ ਕਿ ਤੁਸੀਂ ਅਗਰ ਪੋਲਟਰੀ ਯੂਨਿਟ ਲੈਣੇ ਨੇ ਜਾਂ ਤੁਹਾਨੂੰ ਚਾਹੀਦੇ ਨੇ, ਹਾਂਜੀ, ਉਹਦੇ ਵਾਸਤੇ ਤੁਸੀਂ ਆ ਕੇ ਆਪਣਾ ਨਾਮ, ਮੋਬਾਈਲ ਨੰਬਰ, ਸ਼ਨਾਖਤੀ ਕਾਰਡ ਨੰਬਰ, ਇਹ ਚੀਜ਼ਾਂ ਦਿਓ। ਤੇ ਜਦੋਂ ਪੋਲਟਰੀ ਯੂਨਿਟ ਸਾਡਾ ਮਹਿਕਮਾ ਲੈ ਆਏਗਾ ਜਾਂ ਸਾਡੇ ਕੋਲ ਆ ਜਾਣਗੇ ਸਾਡੇ ਸਿਵਲ ਵੈਟਰਨਰੀ ਡਿਸਪੈਂਸਰੀਆਂ ਤੇ ਜਾਂ ਸਿਵਲ ਵੈਟਰਨਰੀ ਹੈੱਡਕੁਆਰਟਰ ਤੇ, ਜਦੋਂ ਸਾਡੇ ਕੋਲ ਆ ਜਾਣਗੇ ਅਸੀਂ ਤੁਹਾਨੂੰ ਇਤਲਾਹ ਕਰ ਦਿਆਂਗੇ, ਆ ਕੇ ਤੁਸੀਂ ਉਹ ਉੱਥੋਂ ਆਪਣੇ ਵਸੂਲ ਕਰ ਲਓ। ਅੱਛਾ, ਮੇਰਾ ਸਵਾਲ ਉੱਥੇ ਹੀ ਆ, ਫਰਜ਼ ਕਰੋ ਮੈਂ ਹੀ ਲੈਣਾ, ਮੈਂ ਉਹ ਐਪਲੀਕੇਸ਼ਨ ਦੇਣੀ ਆ ਜਾਂ ਉਸ ਤਰ੍ਹਾਂ ਹੀ ਰਾਬਤਾ ਕਰਨਾ, ਔਰ ਉਹ ਕਿਹਦੇ ਨਾਲ ਕਰਨਾ ਰਾਬਤਾ? ਕਿਸੇ ਮੈਡੀਕਲ ਸਟੋਰ ਤੇ ਕਰਨਾ, ਡਾਕਖਾਨੇ ਕਰਨਾ, ਜਾਂ ਕਿਹਦੇ ਨਾਲ ਕਰਨਾ? ਉਹ ਹੀ ਮੈਂ ਦੱਸ ਰਿਹਾ, ਇਹਦੇ 'ਚ ਕੋਈ ਐਪਲੀਕੇਸ਼ਨ ਵਾਲਾ ਤਰੀਕਾਕਾਰ ਨਹੀਂ ਹੈ। ਇਹਦੇ 'ਚ ਤੁਸੀਂ ਆਪਣੇ ਜਿਹੜਾ ਤੁਹਾਡੇ ਨੇੜੇ ਸਿਵਲ ਵੈਟਰਨਰੀ ਡਿਸਪੈਂਸਰੀ ਹੈ, ਯੂਨੀਅਨ ਕੌਂਸਲ ਲੈਵਲ ਤੇ, ਜਾਂ ਤੁਹਾਡੇ ਕੋਈ ਨੇੜੇ ਹਸਪੀਟਲ ਹੈ ਵੱਡਾ, CVH ਜਿਹਨੂੰ ਅਸੀਂ ਕਹਿੰਦੇ ਆ, CVH ਅਸੀਂ ਪੰਜਾਬੀ ਚ ਕਹਿੰਦੇ ਡੰਗਰਾਂ ਦਾ ਹਸਪਤਾਲ, ਡੰਗਰਾਂ ਦਾ ਹਸਪਤਾਲ, ਸਾਡੇ ਮਹਿਕਮੇ ਦਾ ਰਿਲੇਟਡ ਕੋਈ ਵੀ ਹੈ, ਹਾਂਜੀ, ਉੱਥੇ ਤੁਸੀਂ ਚਲੇ ਜਾਓ, ਉੱਥੇ ਵੈਟਰਨਰੀ ਡਾਕਟਰ ਨੂੰ ਮਿਲੋ, ਉੱਥੇ ਕਿਸੇ ਵੀ ਕਲਾਸ 4 ਦਾ ਮੁਲਾਜ਼ਮ ਹੈ, ਕੋਈ ਵੀ ਸਾਡੇ ਮਹਿਕਮੇ ਦਾ ਮੁਲਾਜ਼ਮ ਮਿਲਦਾ ਹੈ, ਹਾਂਜੀ, ਉਹਨੂੰ ਤੁਸੀਂ ਆ ਕੇ ਦੱਸੋ ਵੀ ਮੈਂ ਇਸ ਸਿਲਸਿਲੇ ਵਾਸਤੇ ਆਇਆ, ਮੈਨੂੰ ਪੋਲਟਰੀ ਯੂਨਿਟ ਜਿਹੜੇ ਨੇ ਉਹ ਚਾਹੀਦੇ ਨੇ, ਜੀ, ਇੰਨੇ ਚਾਹੀਦੇ ਨੇ, ਉਹ ਤੁਹਾਨੂੰ ਅੱਗੋਂ ਮਜ਼ੀਦ ਰਹਿਨੁਮਾਈ ਕਰੇਗਾ। ਜੀ। ਡਾਕਟਰ ਬਾਬਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ ਮਲਕ ਯਕੂਬ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਇਹ ਦੱਸੋ ਤੁਸੀਂ ਵੀ ਰੱਖੀਆਂ ਜਾਂ ਨਹੀਂ? ਰੱਖੀਆਂ ਨੇ। ਕਿੰਨੀਆਂ ਕੁਕੜੀਆਂ ਰੱਖੀਆਂ ਤੁਸੀਂ? 5। ਵਾਹ ਜੀ ਵਾਹ, ਫਿਰ ਤੁਸੀਂ ਆਪ ਤਾਂ ਮੁਰਗੀ ਖਾਨਾ ਬਣਾਈ ਬੈਠੇ ਤੇ ਮੈਨੂੰ ਨਹੀਂ ਦਿੱਤੀਆਂ। ਚਲੋ ਬਹੁਤ ਬਹੁਤ ਸ਼ੁਕਰੀਆ ਜੀ ਮਲਕ ਸਾਹਿਬ ਤੁਹਾਡਾ ਵੀ ਤੇ ਬਾਬਰ ਸਾਹਿਬ ਤੁਹਾਡਾ ਵੀ।